ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਤੇ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਜਿਸ ਦਾ ਇੰਤਜ਼ਾਰ ਤੁਹਾਨੂੰ ਪਿਛਲੇ ਕਈ ਘੰਟਿਆਂ ਤੋਂ ਹੈ। ਇਸ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਦੇ ਗੈਂਗਸਟਰ ਸੁਖਦੂਲ ਸਿੰਘ ਗਿੱਲ ਏਲੀਆ ਸੁੱਖਾ ਦੁਨੇਕੇ ਦੇ ਕੈਨੇਡਾ ਦੇ ਮੈਨੀਟੋਬਾ ਪ੍ਰੋਵਿੰਸ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਹੋਏ ਕਤਲ ਬਾਰੇ। ਜੀ ਹਾਂ, ਉਹੀ ਹੱਤਿਆਕਾਂਡ, ਉਹੀ ਕਤਲ ਜਿਸ ਦੀ ਜ਼ਿੰਮੇਵਾਰੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੈਠੇ ਦੋ ਵੱਡੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਏ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਲਈ ਹੈ। ਲੇਕਿਨ ਅੱਜ ਦੀ ਆਪਾਂ ਰਿਪੋਰਟ ਦੇ ਵਿੱਚ ਸਮਝਣ ਦੀ ਤੇ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਰਹੇ ਸੁੱਖਾ ਦੁਨੇਕੇ ਕਿਵੇਂ ਮਾਰਿਆ ਗਿਆ ਤੇ ਉਸ ਨੂੰ ਮਾਰਨ ਪਿੱਛੇ ਅਸਲ ਗੈਂਗ ਕੌਣ ਕੰਮ ਕਰ ਰਿਹਾ ਹੋ ਸਕਦਾ ਹੈ ਤੇ ਕੀ ਇਹ ਵਾਕਈ ਇੱਕ ਗੈਂਗ ਵਾਰ ਦਾ ਨਤੀਜਾ ਹੈ। ਲੇਕਿਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਾਂ ਕਿ ਅਧਿਕਾਰਤ ਤੌਰ ਤੇ ਵਿਨੀਪੈਗ ਪੁਲਿਸ ਨੇ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਹੈ। ਇਨਫੈਕਟ ਇਹ ਘਟਨਾ 20 ਸਤੰਬਰ ਸਵੇਰੇ 10 ਵਜੇ ਪੁਲਿਸ ਦੇ ਨੋਟਿਸ ਵਿੱਚ ਆਈ। ਵਿਨੀਪੈਗ ਪੁਲਿਸ ਦੀ ਇੱਕ ਟੀਮ ਜਿਸ ਦੇ ਵਿੱਚ ਉਹਨਾਂ ਦੇ ਨਾਰਥ ਡਿਸਟ੍ਰਿਕਟ ਦੇ ਪੈਟਰੋਲ ਅਫਸਰ ਅਤੇ ਟੈਕਟੀਕਲ ਸਪੋਰਟ ਯੂਨਿਟ ਸੀ, ਜਦੋਂ ਉਸ ਨੂੰ ਇਹ ਜਾਣਕਾਰੀ ਮਿਲੀ ਇਹ ਟੀਮਾਂ ਇਸ ਹੈਜ਼ਲਟਨ ਡਰਾਈਵ ਨਾਂ ਦਾ ਇਲਾਕਾ ਜਿਸ ਦੇ 200 ਬਲਾਕ ਦੇ ਇੱਕ ਘਰ ਦੇ ਵਿੱਚ ਸੁੱਖੇ ਦੁਨੇਕੇ ਦਾ ਕਤਲ ਹੋਇਆ ਸੀ ਉੱਥੇ ਪਹੁੰਚਦੀਆਂ ਨੇ। ਇਹਨਾਂ ਨੂੰ ਇਸ ਮਕਾਨ ਦੇ ਦੂਸਰੇ ਫਲੋਰ ਦੇ ਇੱਕ ਬਾਥਰੂਮ ਤੋਂ ਸੁੱਖੇ ਦੁਨੇਕੇ ਦੀ ਲਾਸ਼ ਮਿਲੀ ਦੱਸੀ ਜਾਂਦੀ ਹੈ। ਇਹ ਦੱਸਿਆ ਜਾਂਦਾ ਹੈ ਕਿ ਮਲਟੀਪਲ ਗਨ ਸ਼ਾਟਸ ਯਾਨੀ ਕਿ ਕਈ ਗੋਲੀਆਂ ਉਸ ਉੱਤੇ ਚਲਾਈਆਂ ਗਈਆਂ ਹਮਲਾਵਰਾਂ ਵੱਲੋਂ, ਜਿਸ ਤੋਂ ਬਾਅਦ ਪੁਲਿਸ ਦੀ ਤਫਤੀਸ਼ ਅੱਗੇ ਹੋਈ। ਸੋ 10 ਵਜੇ 20 ਸਤੰਬਰ ਨੂੰ ਇਹ ਘਟਨਾ ਹੁੰਦੀ ਹੈ ਤੇ ਤਕਰੀਬਨ 6-7 ਘੰਟੇ ਬਾਅਦ ਸਾਨੂੰ ਅਲੱਗ-ਅਲੱਗ ਸੂਤਰਾਂ ਤੋਂ ਇਹ ਖਬਰਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਸਨ। ਇਸ ਲਈ ਵੀ ਮੈਂ ਵਿਨੀਪੈਗ ਦੀ ਮੇਜਰ ਕ੍ਰਾਈਮ ਯੂਨਿਟ ਨੂੰ ਸੰਪਰਕ ਕੀਤਾ। ਉਸ ਵਕਤ ਤੱਕ ਉਹਨਾਂ ਵੱਲੋਂ ਕੋਈ ਵੀ ਪਬਲਿਕ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀ ਲਿਆਂਦੀ ਗਈ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਤੁਹਾਨੂੰ ਜਾਣਕਾਰੀ ਕਿੱਥੋਂ ਮਿਲ ਰਹੀ ਹੈ, ਜਿਸ ਦੇ ਬਾਰੇ ਮੈਂ ਉਹਨਾਂ ਨੂੰ ਸਾਰਾ ਦੱਸਿਆ ਕਿ ਇਹ ਭਾਰਤ ਤੋਂ ਸਾਡੇ ਕੋਲ ਰਿਪੋਰਟਸ ਆ ਰਹੀਆਂ ਨੇ। ਅੰਡਰਵਰਲਡ ਦੇ ਜਿਹੜੇ ਗਰੁੱਪ ਹਲਕੇ ਹੈਗੇ ਨੇ, ਸਰਕਲਸ ਹੈਗੇ ਨੇ, ਉਹਨਾਂ ਦੇ ਵਿੱਚ ਇਹ ਖਬਰਾਂ ਚੱਲ ਗਈਆਂ ਨੇ ਕਿ ਸੁੱਖਾ ਦੁਨੇਕੇ ਮਾਰਤਾ ਗਿਆ ਹੈ। ਇਸ ਬਾਰੇ ਜਿਹੜਾ ਅਧਿਕਾਰਤ ਵੇਰਵਾ ਹੈ ਉਹ ਅਗਲੇ ਦਿਨ 21 ਸਤੰਬਰ ਨੂੰ ਸਵੇਰੇ ਤਕਰੀਬਨ 10-11 ਵਜੇ ਵਿਨੀਪੈਗ ਪੁਲਿਸ ਨੇ ਆਪਣੀ ਵੈਬਸਾਈਟ ਉੱਤੇ ਸ਼ੇਅਰ ਕੀਤਾ ਤੇ ਇਸ ਤੋਂ 2 ਘੰਟੇ ਬਾਅਦ ਵਿਨੀਪੈਗ ਪੁਲਿਸ ਨੇ ਦੱਸਿਆ ਕਿ ਹੈਜ਼ਲਟਨ ਡਰਾਈਵ ਦੇ ਇਸ ਮਕਾਨ ਦੇ ਵਿੱਚ ਜਿਹੜੀ ਲਾਸ਼ ਮਿਲੀ ਹੈ, ਮਲਟੀਪਲ ਗਨ ਸ਼ਾਟਸ ਨਾਲ ਮਾਰਿਆ ਗਿਆ ਵਿਅਕਤੀ ਹੈ ਉਹ ਸੁਖਦੂਲ ਸਿੰਘ ਗਿੱਲ ਏਲੀਅਸ ਸੁੱਖਾ ਦੁਨੇਕੇ। ਉਹਨਾਂ ਨੂੰ ਖੈਰ ਸੁੱਖਾ ਦੁਨੇਕੇ ਨਹੀਂ ਪਤਾ ਕਿਉਂਕਿ ਮੋਗੇ ਦੇ ਜ਼ਿਲ੍ਹੇ ਮੋਗੇ ਦੇ ਪਿੰਡ ਦੁਨੇਕੇ ਦਾ ਰਹਿਣ ਵਾਲਾ ਸੁਖਦੂਲ ਸਿੰਘ ਗਿੱਲ ਸੁੱਖਾ ਦੁਨੇਕੇ ਦੇ ਨਾਂ ਨਾਲੋਂ ਅੰਡਰਵਰਲਡ ਦੇ ਵਿੱਚ ਜਾਣਿਆ ਜਾਂਦਾ ਸੀ। ਇਹ ਘਟਨਾ ਕਿਵੇਂ ਹੋਈ, ਮੌਕੇ ਵਾਰਦਾਤ ਉੱਤੇ ਕੀ ਕੁਝ ਹੋਇਆ ਹੋ ਸਕਦਾ ਹੈ, ਇਸ ਦੀ ਜਿਹੜੀਆਂ ਵੀ ਅਲੱਗ-ਅਲੱਗ ਸੋਰਸਿਸ ਤੋਂ ਸੂਤਰਾਂ ਤੋਂ ਡਿਟੇਲ ਮੇਰੇ ਕੋਲ ਆ ਰਹੀਆਂ ਨੇ ਮੈਂ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਵਿੱਚ ਵੇਰਵੇ ਸਹਿਤ ਸਾਂਝੀ ਕਰਾਂਗਾ। ਲੇਕਿਨ ਸਭ ਤੋਂ ਪਹਿਲਾਂ ਸਮਝ ਲਈਏ ਕਿ ਸੁੱਖਾ ਦੁਨੇਕੇ ਯਾਨੀ ਕਿ ਸੁਖਦੂਲ ਸਿੰਘ ਦੁਨੇਕੇ, ਜਿਸ ਨੂੰ ਭਾਰਤੀ ਮੀਡੀਆ ਦਾ ਤੇ ਸਾਡੇ ਮੇਨ ਸਟ੍ਰੀਮ ਮੀਡੀਆ ਪੰਜਾਬ ਦੇ ਮੀਡੀਆ ਦਾ ਇੱਕ ਬੜਾ ਵੱਡਾ ਸੈਕਸ਼ਨ ਇੱਕ ਟੈਰਰਿਸਟ ਖਾਲਿਸਤਾਨੀ ਐਲੀਮੈਂਟ ਦੱਸਦਾ ਪਿਆ ਹੈ, ਪ੍ਰਾਇਮਰੀਲੀ ਇੱਕ ਕ੍ਰਿਮੀਨਲ ਸੀ, ਇੱਕ ਅਪਰਾਧੀ ਸੀ, ਇੱਕ ਸਰਗਨਾ ਸੀ। ਜ਼ਮੀਨੀ ਪੱਧਰ ਉੱਤੇ ਕ੍ਰਿਮੀਨਲਸ ਦਾ, ਸ਼ੂਟਰਸ ਦਾ, ਗੈਂਗਸਟਰ ਦਾ ਇੱਕ ਬਹੁਤ ਹੀ ਮੇਜਰ ਨੈਟਵਰਕ ਕੈਨੇਡਾ ਤੋਂ ਬੈਠ ਕੇ ਚਲਾਉਣ ਵਾਲਾ ਸੁੱਖਾ ਦੁਨੇਕੇ ਪੰਜਾਬ ਦੇ ਵਿੱਚ ਬਹੁਤ ਹੀ ਵੱਡੀਆਂ ਤੇ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਟਾਰਗੇਟਡ ਕਿਲਿੰਗਸ ਕਰਨ ਲਈ ਇਸ ਕੋਲ ਜਿਸ ਲੈਵਲ ਤੇ ਸ਼ੂਟਰ ਅਵੇਲੇਬਲ ਸਨ, ਮੌੜ, ਬਠਿੰਡਾ, ਮੋਗਾ ਦਾ ਇਲਾਕਾ, ਮੋਗਾ ਦਾ ਜ਼ਿਲ੍ਹਾ, ਪਿੰਡ ਦੁਨੇਕੇ ਜਿੱਥੋਂ ਦਾ ਸੀ, ਇਸ ਦੇ ਆਸ-ਪਾਸ ਦੇ ਕੈਚਮੈਂਟ ਏਰੀਆ ਦੇ ਬਹੁਤ ਸੇ ਜਿਹੇ ਕ੍ਰਿਮੀਨਲ ਤੇ ਸ਼ੂਟਰ ਇਸ ਕੋਲ ਹੈਂਡੀ ਕ੍ਰਿਮੀਨਲਸ ਦੇ ਰੂਪ ਵਿੱਚ ਅਵੇਲੇਬਲ ਸੀ, ਜਿਨ੍ਹਾਂ ਨੂੰ ਵੱਖ-ਵੱਖ ਗੈਂਗ ਦੇ ਨਾਲ ਅਲਾਇੰਸਿਸ ਕਰਕੇ, ਖਾਸ ਕਰਕੇ ਕੌਸ਼ਲ ਚੌਧਰੀ ਦਿੱਲੀ ਦੇ ਆਸ-ਪਾਸ ਐਨਸੀਆਰ ਇਲਾਕੇ ਦੇ ਵਿੱਚ ਆਪਰੇਟ ਕਰਨ ਵਾਲਾ ਕੌਸ਼ਲ ਚੌਧਰੀ ਗੈਂਗ, ਉਸ ਦੇ ਨਾਲ ਰਲ ਕੇ ਦਵਿੰਦਰ ਬੰਬੀਹਾ ਗੈਂਗ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਣ ਵਾਲਾ ਉਹ ਖਤਰਨਾਕ ਕ੍ਰਿਮੀਨਲ ਸੁੱਖਾ ਦੁਨੇਕੇ, ਉਸ ਦੇ ਸਾਹਮਣੇ ਉਸਦੇ ਆਪਣੇ ਕਰਮ ਆ ਗਏ। ਲੋਕਾਂ ਨੂੰ ਘੇਰ ਕੇ ਮਾਰਨ ਵਾਲਾ, ਆਪਣੇ ਸ਼ੂਟਰਾਂ ਵੱਲੋਂ ਨਿਹੱਥੇ ਲੋਕਾਂ ਨੂੰ ਗੋਲੀਆਂ ਮਰਵਾਉਣ ਵਾਲਾ, ਚਾਹੇ ਫਿਰ ਉਹ ਸੰਦੀਪ ਨੰਗਲ ਅੰਬੀਆਂ ਸੀ, ਚਾਹੇ ਉਹ ਵਿੱਕੀ ਮਿੱਡੂ ਖੇੜਾ ਸੀ। ਤੇ ਹੁਣ ਜ਼ਿਕਰ ਇਹ ਵੀ ਆ ਰਿਹਾ ਕਿ ਇਸੀ ਦੇ ਜਿਹੜੇ ਸ਼ੂਟਰ ਤਿਆਰ ਕੀਤੇ ਗਏ ਨੀਰਜ ਚਸਕੇ ਵਗੈਰਾ, ਉਹਨਾਂ ਵੱਲੋਂ ਗੁਰਲਾਲ ਬਰਾੜ ਨੂੰ ਵੀ ਕਤਲ ਕੀਤਾ ਗਿਆ ਸੀ। ਸੋ ਬੰਬੀਹਾ ਗੈਂਗ ਦੀਆਂ ਜਿੰਨੀਆਂ ਵੀ ਵਾਰਦਾਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਹਾਈ ਪ੍ਰੋਫਾਈਲ ਕਿਲਿੰਗਸ ਹੋਈਆਂ, ਸੰਦੀਪ ਨੰਗਲ ਅੰਬੀਆਂ, ਵਿੱਕੀ ਮਿੱਡੂ ਖੇੜਾ, ਗੁਰਲਾਲ ਬਰਾੜ, ਇਸ ਤੋਂ ਇਲਾਵਾ ਉੱਤਰਾਖੰਡ ਦਾ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਮਰਡਰ ਜਿਸ ਉੱਤੇ ਆਪਾਂ ਕਈ ਰਿਪੋਰਟਾਂ ਬਣਾਈਆਂ ਨੇ, ਮਹਿਲ ਸਿੰਘ, ਉਹ ਜਿਹੜਾ ਠੇਕੇਦਾਰ, ਇਨਫੈਕਟ ਮਾਈਨਿੰਗ ਦਾ ਕੰਮ ਕਰਨ ਵਾਲਾ, ਉੱਥੋਂ ਦੀ ਰਾਜਨੀਤੀ ਦੇ ਵਿੱਚ ਸਰਗਰਮ ਵਿਅਕਤੀ, ਜਿਸ ਨੂੰ ਕਿ ਵਿਦੇਸ਼ ਤੋਂ ਬੈਠ ਕੇ ਆਪਣੇ ਸ਼ੂਟਰ ਭੇਜ ਕੇ ਪੰਜਾਬ ਤੋਂ ਕਤਲ ਕਰਵਾਇਆ ਗਿਆ। ਇਹ ਸਾਰੀਆਂ ਵੱਡੀਆਂ ਵਾਰਦਾਤਾਂ ਦੇ ਵਿੱਚ ਸੁੱਖੇ ਦੁਨੇਕੇ ਦੇ ਇਸ ਸ਼ੂਟਰ ਭੇਜੇ ਗਏ। ਸੁੱਖਾ ਦੁਨੇਕੇ ਜੋ ਕਿ ਹਥਿਆਰਾਂ ਦੀ ਸਪਲਾਈ ਤੋਂ ਲੈ ਕੇ ਆਪਣੇ ਨੈਟਵਰਕ ਦੇ ਕ੍ਰਿਮੀਨਲਸ ਨੂੰ, ਹੋਰ ਗੈਂਗਸ ਨੂੰ ਵੀ ਦਿੰਦਾ ਸੀ ਤੇ ਬੜੀਆਂ ਵੱਡੀਆਂ ਵਾਰਦਾਤਾਂ ਜਾਂ ਤਾਂ ਸੁਪਾਰੀ ਜਾਂ ਕੰਟਰੈਕਟ ਲੈ ਕੇ ਕਰਵਾਉਂਦਾ ਸੀ ਜਾਂ ਫਿਰ ਬਹੁਤ ਸੀ ਅਜਿਹੀਆਂ ਵਾਰਦਾਤਾਂ ਜੋ ਕਿ ਇਸਨੇ ਭਾਈਬੰਦੀ ਦੇ ਵਿੱਚ ਵੀ ਕੀਤੀਆਂ। ਆਖਰੀ ਵਕਤ ਜਦੋਂ ਕਿ ਇਹ ਆਪਰੇਟ ਕਰ ਰਿਹਾ ਸੀ ਕੈਨੇਡਾ ਦੇ ਮੈਨੀਟੋਬਾ ਦੇ ਇਸ ਮਕਾਨ
ਜਿੱਥੇ ਕਿ ਇਸ ਨੂੰ ਆਏ ਨੂੰ ਕੁਝ ਹੀ ਦਿਨ ਹੋਏ ਸੀ। ਇੱਥੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਤੋਂ ਨਹੀਂ ਬਲਕਿ ਕੁਝ ਦਿਨਾਂ ਤੋਂ ਇਸ ਘਰ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਇਸ ਦਾ ਕਤਲ ਕੀਤਾ ਗਿਆ। ਸੋ ਸੁੱਖਾ ਦੁਨੇਕੇ ਬੰਬੀਹਾ ਗੈਂਗ ਦੀ ਰੀੜ ਦੀ ਹੱਡੀ ਹੈ। ਇੱਕ ਪਾਸੇ ਜਿੱਥੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਨੇ ਆਪਣੀ ਪੋਸਟਾਂ ਪਾ ਕੇ ਕਲੇਮ ਕੀਤੇ ਨੇ, ਦੂਸਰੇ ਪਾਸੇ ਬੰਬੀਹਾ ਗਰੁੱਪ ਦੇ ਵੀ ਕੁਝ ਸੋਸ਼ਲ ਮੀਡੀਆ ਜਿਹੜੇ ਹੈਂਡਲ ਨੇ ਉਹਨਾਂ ਤੋਂ ਪੋਸਟ ਕਰਕੇ ਇਸ ਮੈਨੀਟੋਬਾ ਦੀ ਵਾਰਦਾਤ ਨੂੰ ਯਾਨੀ ਕਿ ਸੁੱਖਾ ਦੁਨੇਕੇ ਦੇ ਕਤਲ ਨੂੰ ਭਾਰਤੀ ਖੁਫੀਆ ਏਜੰਸੀਆਂ ਰॉ ਦੇ ਨਾਲ ਜੋੜਿਆ ਗਿਆ। ਕਿਹਾ ਗਿਆ ਕਿ ਭਾਰਤ ਦੀ ਖੁਫੀਆ ਏਜੰਸੀਆਂ ਦਾ ਇੱਕ ਸਾਬੋਟਾਜ ਆਪਰੇਸ਼ਨ ਹੋ ਸਕਦਾ ਹੈ, ਕਿਉਂਕਿ NIA ਦੀ ਹਾਲ ਹੀ ਵਿੱਚ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ ਉਸ ਵਿੱਚ 21 ਕ੍ਰਿਮੀਨਲ ਦੀ ਸ਼ਾਇਦ ਉਹ ਲਿਸਟ ਸੀ, ਜਿਸ ਦੇ ਵਿੱਚ 18ਵਾਂ ਨੰਬਰ ਸੁਖਦੂਲ ਸਿੰਘ ਸੁੱਖਾ ਦੁਨੇਕੇ ਦਾ ਸੀ। ਹਾਲਾਂਕਿ ਮੇਨ ਸਟ੍ਰੀਮ ਮੀਡੀਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਨੂੰ ਇੱਕ ਖਾਲਿਸਤਾਨੀ, ਇੱਕ ਵੱਖਵਾਦੀ ਦੇ ਰੂਪ ਵਿੱਚ ਵੇਖਦਾ, ਲੇਕਿਨ ਐਸੈਂਸ਼ੀਅਲੀ ਇੱਕ ਹਾਰਡਕੋਰ ਹਾਰਡਨਡ ਕ੍ਰਿਮੀਨਲ ਸੀ। ਮੈਂ ਦੱਸਦਾ ਕਿ ਮੋਗੇ ਦੇ ਇਲਾਕੇ ਦੇ ਰੋਡੇ ਪਿੰਡ ਪੈਂਦਾ ਹੈ। ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕਾਲਜਾਂ ਦੀ ਰਾਜਨੀਤੀ ਤੋਂ ਇੱਕ ਬਦਮਾਸ਼ ਤੇ ਬਦਮਾਸ਼ ਤੋਂ ਗੈਂਗਸਟਰ ਬਣਨ ਵਾਲਾ ਸੁੱਖਾ ਦੁਨੇਕੇ ਕਈ ਸਾਲ ਪਹਿਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਚਲਾ ਜਾਂਦਾ ਤੇ ਇਹ ਦੱਸਿਆ ਜਾਂਦਾ ਕਿ ਸ਼ਾਇਦ ਇਸ ਵਕਤ ਉਹ ਰਿਫਿਊਜੀ ਸਟੇਟਸ ਦੇ ਉੱਤੇ ਰਹਿ ਰਿਹਾ ਸੀ ਤੇ ਉਸ ਰਿਫਿਊਜੀ ਸਟੇਟਸ ਨੂੰ ਵੀ ਐਕਸਪਾਇਰ ਹੋਏ ਨੂੰ ਕੁਝ ਸਮਾਂ ਹੋ ਚੁੱਕਾ ਸੀ। ਕੈਨੇਡਾ ਦੇ ਵਿੱਚ ਡਰੱਗਸ ਦੀ ਸਮਗਲਿੰਗ ਦਾ ਕਾਰੋਬਾਰ ਸੁੱਖਾ ਦੁਨੇਕੇ ਸ਼ੁਰੂ ਕਰ ਚੁੱਕਾ ਸੀ। ਡਰੱਗ ਸਮਗਲਿੰਗ ਦੀ ਲਾਈਨ ਦੱਸਦੇ ਨੇ ਉਸ ਦੀ ਚੱਲਦੀ ਸੀ, ਜਿਸ ਵਿੱਚ ਮੈਥ ਐਂਫੀਟਾਮਿਨ ਯਾਨੀ ਕਿ ਮੈਥ ਐਕਸਟੈਸੀ ਡਰੱਗਸ ਤੇ ਹੈਰੋਇਨ ਦੀ ਸਮਗਲਿੰਗ ਦਾ ਕਾਰੋਬਾਰ ਸੁੱਖਾ ਦੁਨੇਕੇ ਕਰ ਰਿਹਾ ਸੀ। ਸੁੱਖਾ ਦੁਨੇਕੇ ਦੀ ਹੱਤਿਆ ਦੇ ਕਈ ਕਾਰਨਾਂ ਜਾਂ ਕੁਝ ਪੋਸੀਬਲ ਕਾਰਨਾਂ ਦੇ ਵਿੱਚੋਂ ਡਰੱਗਸ ਦੀ ਸਮਗਲਿੰਗ ਦੌਰਾਨ ਉਸ ਦੇ ਚੱਲਦੇ ਹੋਏ ਰੇਡ ਕੇ ਝਗੜੇ ਵੀ ਰਹੇ ਹੋ ਸਕਦੇ ਨੇ। ਆਮ ਸਮਗਲਿੰਗ, ਡਰੱਗਸ ਦੀ ਸਮਗਲਿੰਗ, ਮੈਥ ਤੇ ਹੈਰੋਇਨ ਦਾ ਮੈਂ ਜ਼ਿਕਰ ਕੀਤਾ, ਇਸ ਦੇ ਵਿੱਚ ਸੁੱਖਾ ਇਸ ਏਰੀਆ ਦੇ ਵਿੱਚ ਇਨਵੋਲਵ ਸੀ। ਸਰੀ, ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸੁੱਖਾ ਦੁਨੇਕੇ ਜ਼ਿਆਦਾਤਰ ਸਮਾਂ ਰਿਹਾ। ਸਭ ਤੋਂ ਅਹਿਮ ਗੱਲ ਜੋ ਕਿ ਸੁੱਖੇ ਦੁਨੇਕੇ ਦੀ ਹੱਤਿਆ ਦੇ ਨਾਲ ਵੀ ਜੁੜਦੀ ਹੈ, ਉਸ ਦੀ ਮੌਤ ਦੇ ਨਾਲ ਵੀ ਜੁੜਦੀ ਹੈ, ਉਹ ਇਹ ਹੈ ਕਿ ਸੁੱਖਾ ਦੁਨੇਕੇ ਖੁਦ ਇੱਕ ਐਡਿਕਟ ਸੀ। ਚਿੱਟੇ ਹੈਰੋਇਨ ਦੀ ਉਸ ਨੂੰ ਐਡਿਕਸ਼ਨ ਸੀ ਤੇ ਐਡਿਕਸ਼ਨ ਦਾ ਲੈਵਲ ਐਡਾ ਜ਼ਿਆਦਾ ਸੀ ਕਿ ਕਈ ਮੌਕਿਆਂ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਸੁੱਖਾ ਦੁਨੇਕੇ ਓਵਰਡੋਜ਼ ਦਾ ਸ਼ਿਕਾਰ ਵੀ ਹੋਇਆ। ਸਰੀ ਦੇ ਵਿੱਚ ਇਨਫੈਕਟ ਦੱਸਿਆ ਜਾਂਦਾ ਕਿ ਉਹ ਓਵਰਡੋਜ਼ ਦਾ ਸ਼ਿਕਾਰ ਹੋਇਆ ਤੇ ਇਹ ਉਹ ਮੌਕੇ ਸਨ ਜਦੋਂ ਕਿ ਉਸ ਦੇ ਨਾਲ ਜੁੜੇ ਜਿਹੜੇ ਵੱਡੇ ਹੋਰ ਕ੍ਰਿਮੀਨਲ ਹੈਗੇ ਨੇ, ਜਿਸ ਵਿੱਚ ਮੁੱਖ ਉਸ ਦਾ ਸਾਥੀ ਤਮਾਮ ਇਹਨਾਂ ਵਾਰਦਾਤਾਂ ਦੇ ਵਿੱਚ ਉਸ ਦੇ ਨਾਲ ਮੋਢਾ ਜੋੜ ਕੇ ਵਾਰਦਾਤਾਂ ਨੂੰ ਅੰਜਾਮ ਕਰਦਾ ਰਿਹਾ ਅਰਸ਼ਦੀਪ ਡਾਲਾ ਵੀ ਕੁਝ ਮਹੀਨੇ ਤੋਂ ਸੁੱਖੇ ਦੁਨੇਕੇ ਤੋਂ ਵੱਖ ਹੋ ਚੁੱਕਾ ਸੀ, ਕਿਉਂਕਿ ਮੰਨਿਆ ਇਹ ਜਾਂਦਾ ਹੈ ਕਿ ਬੰਬੀਹਾ ਗੈਂਗ ਨੂੰ ਸੰਚਾਲਿਤ ਕਰਨ ਵਾਲਾ ਤੇ ਕਾਫੀ ਹੱਦ ਤੱਕ ਐਕਟਿਵ ਸ਼ੂਟਰਾਂ ਨੂੰ ਹੈਂਡਲ ਕਰਨ ਵਾਲਾ ਸੁੱਖਾ ਦੁਨੇਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਆਪਣੀ ਪਕੜ ਆਪਣੇ ਨੈਟਵਰਕ ਦੇ ਆਪਰੇਟਿਵਸ ਉੱਤੇ ਉਸ ਦੀ ਪਕੜ ਕਮਜ਼ੋਰ ਹੋ ਚੁੱਕੀ ਸੀ ਤੇ ਉਸ ਦਾ ਕਾਰਨ ਸੀ ਉਸ ਦੀ ਨਸ਼ੇ ਦੀ ਲੱਤ। ਚਿੱਟੇ ਦੇ ਨਸ਼ੇ ਦੇ ਵਿੱਚ ਡੱਕਿਆ ਰਹਿਣਾ, ਨਸ਼ੇ ਦੇ ਵਿੱਚ ਚੂਰ ਰਹਿਣਾ, ਦਿਨ ਦੇ ਕਈ ਲੰਮੇ ਸਮੇਂ ਸਪੈਨਸ ਜਿਹੜੇ ਉਹ ਨਸ਼ੇ ਦੇ ਵਿੱਚ ਹੀ ਕੱਟਦਾ ਸੀ, ਜਿਸ ਦੌਰਾਨ ਅੰਡਰਵਰਲਡ ਦਾ ਆਪਣਾ ਪੂਰਾ ਦਾ ਪੂਰਾ ਕ੍ਰਿਮੀਨਲਸ ਦਾ ਨੈਟਵਰਕ ਚਲਾਉਣ ਦੇ ਵਿੱਚ ਵੀ ਉਸ ਨੂੰ ਔਕੜਾਂ ਆ ਰਹੀਆਂ ਸਨ। ਇਹ ਦੱਸਿਆ ਜਾਂਦਾ ਕਿ ਕੁਝ ਮਹੀਨੇ ਤੋਂ ਸੁੱਖੇ ਦੁਨੇਕੇ ਨੇ ਆਪਣੇ ਐਕਟਿਵ ਜਿਹੜੇ ਆਪਰੇਟਰ ਸਨ ਯਾਨੀ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਕ੍ਰਿਮੀਨਲਸ, ਉਹਨਾਂ ਤੋਂ ਵੀ ਕਿਨਾਰਾ ਕਰਨਾ ਸ਼ੁਰੂ ਕਰਤਾ ਸੀ। ਇੱਕ ਹੋਰ ਵੀ ਵੱਡਾ ਕਾਰਨ ਸੀ ਕਿ ਸੁੱਖਾ ਦੁਨੇਕੇ ਸ਼ਾਇਦ ਉਸ ਦੀ ਸ਼ਾਦੀ ਹੋ ਚੁੱਕੀ ਸੀ, ਜਿਸ ਦੌਰਾਨ ਉਹ ਹੁਣ ਅੰਡਰਵਰਲਡ ਦੇ ਇਸ ਕੰਮਕਾਜ ਤੋਂ ਹਟਣਾ ਚਾਹੁੰਦਾ ਸੀ। ਲੇਕਿਨ ਸਭ ਤੋਂ ਵੱਡਾ ਜਿਹੜਾ ਕਾਰਨ ਦੱਸਿਆ ਜਾਂਦਾ ਕਿ ਸੁੱਖੇ ਦੁਨੇਕੇ ਦੇ ਕਤਲ ਦਾ ਬਣਿਆ ਉਹ ਸੀ ਉਸ ਦਾ ਅਵੇਸਲਾਪਨ। ਕਿਸੇ ਵੀ ਕੇਸ ਵਿੱਚ ਜਦੋਂ ਇਨਸਾਨ ਸਾਵਧਾਨੀ ਨਹੀਂ ਰੱਖਦਾ, ਸੁਚੇਤ ਨਹੀਂ ਰਹਿੰਦਾ, ਉਸ ਵਕਤ ਉਹ ਇਸ ਤਰੀਕੇ ਦੀ ਘਟਨਾ ਦਾ ਸ਼ਿਕਾਰ ਹੁੰਦਾ। ਸੋ ਜਿਸ ਤਰੀਕੇ ਦੇ ਨਾਲ ਆਪਣੇ ਵਿਕਟਮਸ ਨੂੰ ਸੁੱਖੇ ਦੁਨੇਕੇ ਨੇ ਆਪਣੇ ਸ਼ੂਟਰਾਂ ਦੇ ਜ਼ਰੀਏ ਟਾਰਗੇਟ ਕਰਵਾਇਆ, ਮਰਵਾਇਆ, ਠੀਕ ਉਸੇ ਮੋਡਸ ਆਪਰੈਂਡੀ ਦੇ ਤਹਿਤ ਸੁੱਖੇ ਦੁਨੇਕੇ ਦੀ ਵੀ ਫੀਲਡਿੰਗ ਲਾਈ ਗਈ ਤੇ ਉਸ ਨੂੰ ਮਾਰਨ ਵਾਲੇ ਜਿਹੜੇ ਵੀ ਸ਼ਕਤੀਆਂ, ਤਾਕਤਾਂ ਹੈ, ਜਿਹੜੇ ਵੀ ਅਨਸਰ ਸਨ, ਉਹਨਾਂ ਨੇ ਬਾਕਾਇਦਾ ਘੇਰ ਕੇ ਪੂਰੀ ਪਲੈਨਿੰਗ ਕਰਕੇ ਉਸ ਨੂੰ ਉਸ ਵਕਤ ਫੜਿਆ ਜਦੋਂ ਕਿ ਉਹ ਨਿਹੱਥਾ ਵੀ ਹੋ ਸਕਦਾ ਹੈ ਤੇ ਉਹ ਇਕੱਲਾ ਵੀ ਹੋ ਸਕਦਾ ਹੈ। ਉਹ ਮੁਕਾਬਲਾ ਕਰਨ ਦੀ ਉਸ ਦੀ ਪੋਜੀਸ਼ਨ ਹੀ ਨਹੀਂ ਸੀ। ਐਂਡ ਪੋਸੀਬਲੀ ਜਿਸ ਵਕਤ ਸੁੱਖੇ ਦੁਨੇਕੇ, ਹਾਲਾਂਕਿ ਉਸ ਦਾ ਪੋਸਟਮਾਰਟਮ ਵਗੈਰਾ ਹੋ ਰਿਹਾ ਤੇ ਰਿਪੋਰਟਾਂ ਇੱਥੇ ਇੰਨੀ ਛੇਤੀ ਬਾਹਰ ਨਹੀਂ ਆਉਂਦੀਆਂ, ਪੋਸੀਬਲੀ ਉਸ ਵਕਤ ਚਿੱਟੇ ਦੇ ਨਸ਼ੇ ਦੇ ਵਿੱਚ ਸੀ ਜਦੋਂ ਕਿ ਸੁੱਖੇ ਦੁਨੇਕੇ ਉੱਤੇ ਤਕਰੀਬਨ 1 ਦਰਜਨ ਦੇ ਆਸ-ਪਾਸ ਜਾਂ ਸ਼ਾਇਦ ਇਸ ਤੋਂ ਵੀ ਵੱਧ ਗੋਲੀਆਂ ਤਾਬੜਤੋੜ ਸ਼ੂਟਰਾਂ ਨੇ ਚਲਾਈਆਂ। ਹੁਣ ਮੈਂ ਤੁਹਾਡੇ ਨਾਲ ਹੋਇਆ ਕਿ ਹੈਜ਼ਲਟਨ ਡਰਾਈਵ, ਇਹ ਜਿਹੜਾ ਇਲਾਕਾ ਹੈ 200 ਬਲਾਕ ਦਾ, ਇਸ ਘਰ ਦੀ ਉਤਲੀ ਇਮਾਰਤ ਉੱਤੇ ਕਈ ਕਮਰੇ ਸਨ ਜਿਨ੍ਹਾਂ ਦੇ ਨਾਲ ਅਟੈਚਡ ਬਾਥਰੂਮ ਸਨ। ਇਹ ਦੱਸਿਆ ਜਾਂਦਾ ਹੈ ਕਿ ਪਿਛਲੇ ਕਈ ਹਫ਼ਤਿਆਂ ਤੋਂ ਸੁੱਖਾ ਦੁਨੇਕੇ ਇਸ ਮਕਾਨ ਦੇ ਵਿੱਚ ਆਇਆ, ਇਸ ਘਰ ਦੇ ਵਿੱਚ ਉਸਨੇ ਰਹਿਣਾ ਸ਼ੁਰੂ ਕੀਤਾ। ਇਨਫੈਕਟ ਜ਼ਿਆਦਾ ਨਹੀਂ, ਸ਼ਾਇਦ 2-2.5 ਹਫ਼ਤੇ ਹੀ ਹੋਏ ਸਨ। ਇਸ ਤੋਂ ਪਹਿਲਾਂ ਉਹ ਲੰਬਾ ਸਮਾਂ ਸਰੀ ਰਿਹਾ, ਸਰੀ ਤੋਂ ਬਾਅਦ ਉਹ ਕਾਫੀ ਸਮਾਂ ਟੋਰਾਂਟੋ ਰਿਹਾ। ਟੋਰਾਂਟੋ ਤੋਂ ਉਹਨੇ ਹਾਲ ਹੀ ਵਿੱਚ ਆਪਣਾ ਠਿਕਾਣਾ ਚੇਂਜ ਕੀਤਾ ਸੀ। ਇਹ ਦੱਸਿਆ ਜਾਂਦਾ ਸੀ ਕਿ ਇਸ ਘਰ ਵਿੱਚ ਕੁਝ ਦਿਨਾਂ ਤੋਂ ਉਹ ਸੀ ਤੇ ਉਸਦੇ ਘਰ ਦੇ ਰਿਸ਼ਤੇਦਾਰਾਂ ਵੱਲੋਂ ਉਸਨੂੰ ਕਿਹਾ ਜਾ ਰਿਹਾ ਸੀ ਕਿ ਤੂੰ ਇਸ ਘਰ ਨੂੰ ਛੱਡ ਕੇ ਵਾਪਸ ਉਹਨਾਂ ਕੋਲ ਚਲਾ ਜਾ, ਯਾਨੀ ਕਿ ਕਿਸੇ ਹੋਰ ਸ਼ਹਿਰ ਦੇ ਵਿੱਚ ਚਲਾ ਜਾਏ। ਲੇਕਿਨ
ਦੋ ਲੜਕੇ ਸੁੱਖੇ ਦੁਨੇਕੇ ਦੇ ਨਾਲ ਉਸ ਆਖਰੀ ਸਮੇਂ ਦੇ ਵਿੱਚ ਉਸੇ ਘਰ ਵਿੱਚ ਮੌਜੂਦ ਸਨ ਜੋ ਕਿ ਉਸ ਦੇ ਸਾਥੀ ਸਨ। ਸ਼ਾਇਦ ਬਹੁਤ ਘੱਟ ਉਮਰ ਦੇ ਲੜਕੇ ਦੱਸੇ ਜਾਂਦੇ ਨੇ ਕਿਉਂਕਿ ਸੁੱਖੇ ਦੁਨੇਕੇ ਦੀ ਆਪਣੀ ਉਮਰ ਜੋ ਕਿ ਪੁਲਿਸ ਨੇ ਦੱਸੀ ਹੈ ਉਹ ਤਕਰੀਬਨ 40 ਸਾਲ 39 ਸਾਲ ਟੂ ਬੀ ਪ੍ਰੀਸਾਈਜ਼ ਦੀ ਉਮਰ ਸੀ। ਇਹ ਮੰਨਿਆ ਜਾਂਦਾ ਹੈ ਕਿ ਸੁੱਖੇ ਦੁਨੇਕੇ ਦਾ ਇੱਕ ਬਹੁਤ ਹੀ ਕਰੀਬੀ ਸਾਥੀ ਕੁਝ ਹਫ਼ਤੇ ਪਹਿਲਾਂ ਹੀ ਸ਼ਾਇਦ ਹਥਿਆਰਾਂ ਦੀ ਸਮਗਲਿੰਗ ਦੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਤੇ ਇਹ ਸਮਝਿਆ ਜਾ ਰਿਹਾ ਕਿ ਉਸ ਨੂੰ ਵੀ ਸ਼ਾਇਦ ਸੈਟਅਪ ਕਰਵਾਇਆ ਗਿਆ, ਯਾਨੀ ਕਿ ਉਸ ਦੀ ਵੀ ਗ੍ਰਿਫਤਾਰੀ ਇੱਕ ਯੋਜਨਾਬੰਦੀ ਦੇ ਤਹਿਤ ਹੋਈ, ਜਿਸ ਤੋਂ ਬਾਅਦ ਉਸ ਦਾ ਸਭ ਤੋਂ ਕਰੀਬੀ ਕੌਨਫੀਡੈਂਟ ਜਿਹੜਾ ਬੰਦਾ ਸੀ ਉਸ ਤੋਂ ਅਲੱਗ ਹੋ ਗਿਆ। ਸੁੱਖੇ ਦੁਨੇਕੇ ਦੀ ਜਾਨ ਨੂੰ ਲੈ ਕੇ ਜਿਹੜਾ ਖਤਰਾ ਸੀ ਉਸ ਬਾਰੇ ਸੁੱਖੇ ਦੁਨੇਕੇ ਨੂੰ ਕਈ ਵਾਰ ਅਗਾਹ ਕੀਤਾ ਗਿਆ ਉਸ ਦੇ ਆਪਣੇ ਹੀ ਸਾਥੀਆਂ ਵੱਲੋਂ, ਲੇਕਿਨ ਇਸ ਦੇ ਬਾਵਜੂਦ ਇਸ ਨੂੰ ਚਿੱਟੇ ਦੀ ਲੱਤ ਕਹਿ ਲਈਏ ਜਾਂ ਅਵੇਸਲਾਪਣ ਕਹਿ ਲਈਏ ਕਿ ਉਹ ਜਿਹੜਾ ਗਾਰਡ ਸੀ, ਡਿਫੈਂਸ ਦਾ ਜਿਹੜਾ ਗਾਰਡ ਹੁੰਦਾ ਹੈ, ਸਤਰਕਤਾ ਦਾ ਜਿਹੜਾ ਗਾਰਡ ਹੁੰਦਾ ਹੈ, ਉਸ ਨੂੰ ਲੋਅਰ ਕਰਦਿਆਂ ਹੀ ਉਸ ਉੱਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ ਤੇ ਨੌਬਤ ਇੱਥੋਂ ਤੱਕ ਆ ਗਈ ਕਿ ਹਮਲਾਵਰਾਂ ਨੇ ਇੰਨੀ ਬੇਦਰਦੀ ਦੇ ਨਾਲ ਉਸ ਨੂੰ ਮਾਰਿਆ। ਇਹ ਵੀ ਦੱਸਿਆ ਜਾਂਦਾ ਕਿ ਸ਼ਾਇਦ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਡਾਇਰੈਕਟਲੀ ਉਸ ਦੇ ਮੂੰਹ ਦੇ ਉੱਤੇ, ਸਿਰ ਦੇ ਉੱਤੇ ਮਾਰੀਆਂ ਗਈਆਂ। ਸੋ ਹੋਇਆ ਕੀ, ਇਸ ਬਾਰੇ ਜਿਹੜੀ ਵੀ ਜਾਣਕਾਰੀ ਮੈਨੂੰ ਆਪਣੇ ਸੂਤਰਾਂ, ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਉਹ ਸ਼ਾਇਦ ਦੋ ਮੁੰਡਿਆਂ ਨਾਲ ਗੱਲਬਾਤ ਕੀਤੀ ਹੈ ਜੋ ਕਿ ਬਾਅਦ ਦੇ ਵਿੱਚ ਬਹੁਤ ਘਬਰਾ ਗਏ। ਇੱਕ ਮੁੰਡਾ ਸ਼ਾਇਦ ਘਰ ਛੱਡ ਕੇ ਭੱਜ ਹੀ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਫੜ ਕੇ ਵਾਪਸ ਲਿਆਇਆ ਗਿਆ। ਦੂਸਰਾ ਜਿਹੜਾ ਮੁੰਡਾ ਸੀ ਉਹ ਨਾਲ ਦੇ ਕਮਰੇ ਦੇ ਬਾਥਰੂਮ ਦੇ ਵਿੱਚ ਸੀ। ਉਹ ਮੁੰਡਾ ਦੱਸਦਾ ਕਿ ਜਦੋਂ ਆਪਣੇ ਬਾਥਰੂਮ ਚੋਂ ਨਿਕਲਿਆ ਤਾਂ ਦੂਸਰੇ ਬਾਥਰੂਮ ਦੇ ਵਿੱਚ ਸੁੱਖੇ ਦੁਨੇਕੇ ਦਾ ਕਤਲ ਹੋ ਚੁੱਕਿਆ ਸੀ। ਕਿ ਇਸ ਵਾਰਦਾਤ ਦੇ ਵਿੱਚ ਸ਼ੂਟਰਾਂ ਨੇ ਸਪਰੈਸਰ ਯਾਨੀ ਸਾਇਲੈਂਸਰ ਵਰਤੇ, ਇਸ ਚੀਜ਼ ਦੇ ਬਾਰੇ ਹਜੇ ਕੋਈ ਵੀ ਵੇਰਵਾ ਮੇਰੇ ਕੋਲ ਨਹੀਂ ਹੈ, ਲੇਕਿਨ ਜਿਹੜੇ ਵੀ ਅਕਾਊਂਟ ਮੇਰੇ ਕੋਲ ਆਏ ਨੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਜ ਦੀ ਇਸ ਰਿਪੋਰਟ ਦੇ ਵਿੱਚ। ਸੋ ਦੱਸਿਆ ਦਰਅਸਲ ਇਹ ਜਾਂਦਾ ਹੈ ਕਿ ਹੇਜ਼ਲਟਨ ਡਰਾਈਵ ਦੇ ਇਸ ਮਕਾਨ ਜਿਸ ਦੇ ਉਤਲੇ ਫਲੋਰ ਉੱਤੇ ਇੱਕ ਰੂਮ ਦੇ ਵਿੱਚ ਸੁੱਖਾ ਦੁਨੇਕੇ ਰਹਿੰਦਾ ਸੀ, ਇਸ ਦੇ ਅਟੈਚ ਬਾਥਰੂਮ ਦੇ ਵਿੱਚ ਜਦੋਂ ਸੁੱਖਾ ਦੁਨੇਕੇ, ਜਿਸ ਦੇ ਸਰੀਰ ਤੇ ਸ਼ਾਇਦ ਉਸ ਵਕਤ ਕੱਪੜੇ ਵੀ ਨਹੀਂ ਸੀ, ਜਦੋਂ ਕਿ ਇਸ ਨੂੰ ਹਮਲਾਵਰਾਂ ਨੇ ਟਾਰਗੇਟ ਕੀਤਾ। ਹੁਣ ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਦੂਸਰਾ ਫਲੋਰ ਸੀ। ਇਸ ਘਰ ਦੇ ਵਿੱਚ ਹਮਲਾਵਰਾਂ ਦੀ ਐਂਟਰੀ ਬਹੁਤ ਹੀ ਸਮੂਥਲੀ ਹੋਈ। ਕਾਲੇ ਰੰਗ ਦੀ ਹੈ, ਕਿਸੇ ਗਹਿਰੇ ਰੰਗ ਦੀ ਵੋਲਕਸਵੈਗਨ ਜੈਟਾ ਗੱਡੀ ਦੱਸੀ ਜਾਂਦੀ ਹੈ ਜਿਸ ਵਿੱਚ ਦੋ ਦੇ ਕਰੀਬ ਹਮਲਾਵਰ, ਸ਼ਾਇਦ ਜ਼ਿਆਦਾ ਵੀ ਹੋਣ ਲੇਕਿਨ ਦੋ ਹਮਲਾਵਰ ਆਉਂਦੇ ਨੇ। ਉਹ ਇੱਕ ਬਹੁਤ ਹੀ ਸਮੂਥ ਐਂਟਰੀ ਕਰਦੇ ਨੇ। ਪੋਸੀਬਲੀ ਸ਼ਾਇਦ ਦਰਵਾਜ਼ੇ ਖੁੱਲੇ ਸੀ, ਦਰਵਾਜ਼ੇ ਬੰਦ ਕਰਨੇ, ਬੋਲਟ ਕਰਨੇ ਕੋਈ ਭੁੱਲ ਗਿਆ ਜਾਂ ਫਿਰ ਜਾਣਬੁੱਝ ਕੇ ਦਰਵਾਜ਼ਿਆਂ ਨੂੰ ਖੁੱਲਾ ਛੱਡਤਾ ਗਿਆ, ਲੇਕਿਨ ਬਹੁਤ ਹੀ ਸਮੂਥਲੀ ਜਿਹੜੇ ਕ੍ਰਿਮੀਨਲ ਆਏ, ਸ਼ੂਟਰ ਆਏ, ਹਮਲਾਵਰ ਆਏ, ਉਹ ਦੂਸਰੀ ਮੰਜ਼ਲ ਤੇ ਗਏ ਤੇ ਉਸ ਮੰਜ਼ਲ ਦੇ ਉੱਤੇ ਜਾ ਕੇ ਉਹਨਾਂ ਨੇ ਪਰਟੀਕੂਲਰਲੀ ਉਸੇ ਕਮਰੇ ਦੇ ਉਸੇ ਬਾਥਰੂਮ ਦੇ ਵਿੱਚ ਦੱਸਿਆ ਜਾਂਦਾ ਕਿ ਉਸ ਨੂੰ ਬ੍ਰੇਕ ਇਨ ਕੀਤਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਪੋਸੀਬਲੀ ਬ੍ਰੇਕ ਇਨ ਹੋ ਸਕਦਾ ਹੈ ਜਿਸ ਦੌਰਾਨ ਉੱਥੇ ਸੁੱਖਾ ਦੁਨੇਕੇ ਸੀ। ਹੁਣ ਸੁੱਖਾ ਦੁਨੇਕੇ ਵੱਲੋਂ ਕੋਈ ਰੈਜ਼ਿਸਟੈਂਸ ਦਿੱਤੀ ਗਈ ਨਹੀਂ ਦਿੱਤੀ ਗਈ ਇਸ ਦਾ ਕੋਈ ਵੇਰਵਾ ਨਹੀਂ ਹੈ, ਲੇਕਿਨ ਮੰਨਿਆ ਜਾਂਦਾ ਪੁਆਇੰਟ ਬਲੈਂਕ ਤੋਂ ਗੋਲੀਆਂ ਉਸ ਦੇ ਮਾਰੀਆਂ ਗਈਆਂ ਤੇ ਬਹੁਤ ਗੋਲੀਆਂ ਉਸ ਦੇ ਸਿਰ ਦੇ ਉੱਪਰਲੇ ਹਿੱਸੇ, ਮੂੰਹ ਵਗੈਰਾ ਤੇ ਵੀ ਲੱਗੀਆਂ ਹੋ ਸਕਦੇ ਨੇ। ਹਾਲਾਂਕਿ ਜਿਹੜੀਆਂ ਮੇਰੇ ਕੋਲ ਸ਼ੁਰੂਆਤੀ ਰਿਪੋਰਟਾਂ ਆਈਆਂ ਸੀ ਦੱਸਿਆ ਇਹ ਗਿਆ ਕਿ ਸੁੱਖਾ ਦੁਨੇਕੇ ਆਪਣੇ ਕਮਰੇ ਦੇ ਵਿੱਚ ਬੈੱਡ ਤੇ ਪਿਆ ਸੀ, ਇੱਕ ਗੋਲੀ ਉਸ ਦੇ ਸਿਰ ਤੇ ਇੱਕ ਗੋਲੀ ਉਸ ਦੀ ਛਾਤੀ ਤੇ ਮਾਰੀ ਗਈ, ਲੇਕਿਨ ਇਹ ਵੇਰਵੇ ਨਹੀਂ ਹੈਗੇ ਨੇ। ਜਿਹੜੀਆਂ ਕੁਝ ਇੱਥੋਂ ਦੇ ਟੀਵੀ ਚੈਨਲਸ ਦੇ ਉੱਤੇ ਵੀ ਰਿਪੋਰਟਾਂ ਪ੍ਰਸਾਰਿਤ ਹੋਈਆਂ ਨੇ, ਬਿਲਡਿੰਗ ਦੇ ਬਾਹਰੋਂ ਹੀ 3-4 ਗਨ ਸ਼ਾਟਸ ਜਿਹੜੇ ਕਿ ਘਰ ਦੇ ਅੰਦਰੋਂ ਚਲਾਏ ਗਏ ਤੇ ਉਹ ਬਾਹਰਲੀਆਂ ਜਿਹੜੀਆਂ ਲੱਕੜੀਆਂ ਦੀਆਂ ਜਿਹੜੀ ਦੀਵਾਰਾਂ ਫਰੇਮਸ ਹੁੰਦੇ ਨੇ ਉਹਨਾਂ ਨੂੰ ਪੀਅਰਸ ਕਰਕੇ ਬਾਹਰਲੇ ਪਾਸੇ ਨਜ਼ਰ ਆ ਰਹੇ ਨੇ। ਸੋ 3-4 ਗਨ ਸ਼ਾਟ ਤਾਂ ਬਾਹਰੋਂ ਨਜ਼ਰ ਆ ਰਹੇ ਨੇ। ਸੋ ਪੋਸੀਬਿਲਿਟੀ ਇਹ ਹੈ ਕਿ ਤਕਰੀਬਨ 1 ਦਰਜਨ ਤੇ ਉਸ ਤੋਂ ਵੀ ਵੱਧ, ਕੁਝ ਲੋਕਾਂ ਨੇ 18-19 ਬੁਲਟ ਦੀ ਵੀ ਗੱਲ ਕੀਤੀ ਹੈ, ਲੇਕਿਨ ਮੇਰੇ ਹਿਸਾਬ ਨਾਲ ਅਰਾਊਂਡ 1 ਦਰਜਨ ਦੇ ਆਸ-ਪਾਸ ਫਾਇਰਿੰਗ ਕੀਤੀ ਗਈ, ਬੁਲਟਸ ਰਾਊਂਡ ਚਲਾਏ ਗਏ ਤੇ ਸੁੱਖੇ ਦੁਨੇਕੇ ਨੂੰ ਇਹਨਾਂ ਸ਼ੂਟਰਾਂ ਵੱਲੋਂ ਮਾਰਤਾ ਗਿਆ, ਜਿਸ ਤੋਂ ਬਾਅਦ ਸ਼ੂਟਰ ਉਸੇ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਉਸ ਦੇ ਨਾਲ ਦੇ ਮੁੰਡੇ ਐਡੇ ਇੱਕ ਭੈਭੀਤ ਹੋ ਚੁੱਕੇ ਸੀ ਕਿ ਇੱਕ ਮੁੰਡਾ ਘਬਰਾ ਕੇ ਭੱਜ ਗਿਆ, ਲੇਕਿਨ ਦੂਸਰਾ ਮੁੰਡਾ ਮੌਕੇ ਤੇ ਰਿਹਾ। ਉਸਨੇ ਸ਼ਾਇਦ ਪੁਲਿਸ ਨੂੰ ਇਨਫੋਰਮ ਕੀਤਾ, ਜਿਸ ਤੋਂ ਬਾਅਦ ਪੁਲਿਸ ਆਈ। ਹਸਪਤਾਲ ਦੇ ਵਿੱਚ ਬਚਿਆ ਕੁਝ ਨਹੀਂ ਸੀ, ਸੁੱਖੇ ਦੁਨੇਕੇ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਨੂੰ ਲਿਜਾਇਆ ਗਿਆ, ਵੇਰਵੇ ਹਾਸਲ ਕੀਤੇ ਗਏ, ਜਿਸ ਤੋਂ ਬਾਅਦ ਇਹ ਦੋਵੇਂ ਮੁੰਡਿਆਂ ਨੂੰ ਛੱਡਤਾ ਗਿਆ। ਹਾਲਾਂਕਿ ਪਹਿਲਾਂ ਖਬਰਾਂ ਇਹ ਵੀ ਆ ਰਹੀਆਂ ਸੀ ਸ਼ਾਇਦ ਕੁਝ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ, ਲੇਕਿਨ ਇੱਕ ਚੀਜ਼ ਬੜੀ ਕਲੀਅਰ ਹੈ ਕਿ ਸੁੱਖੇ ਦੁਨੇਕੇ ਦੀ ਜਿਹੜੀ ਇਸ ਭਾਸ਼ਾ ਦੇ ਵਿੱਚ ਨੂੰ ਫੀਲਡਿੰਗ ਲਾਣਾ ਕਿਹਾ ਜਾਂਦਾ ਹੈ, ਉਸ ਦੀ ਰੈਕੀ, ਉਸ ਤੇ ਜਿੱਥੇ ਉਹ ਰਹਿ ਰਿਹਾ ਹੈ ਉਸ ਘਰ ਦਾ ਨਕਸ਼ਾ ਕੀ ਹੈ, ਆਸ ਪੜੋਸ ਦੇ ਵਿੱਚੋਂ ਵੀ ਕੋਈ ਟਿਪ ਆਫ ਹੋ ਸਕਦੀ ਹੈ, ਉਸ ਨੂੰ ਕਾਫੀ ਦੇਰ ਤੋਂ ਫੋਲੋ ਕੀਤਾ ਜਾ ਰਿਹਾ ਹੋ ਸਕਦਾ, ਆਪਣੇ ਟਿਕਾਣੇ ਤੋਂ ਪਹਿਲਾਂ ਹੀ ਬਦਲਦਾ ਪਿਆ ਸੀ। ਸੋ ਇਸ ਦੀ ਬੜੀ ਵੱਡੀ ਸੰਭਾਵਨਾ ਹੈ ਕਿ ਉਸ ਦੀ ਲੋਕੇਸ਼ਨ ਬਾਰੇ ਜਿਹੜੀ ਜਾਣਕਾਰੀ ਕਿਸੇ ਇਨਸਾਈਡਰ ਨੇ ਦਿੱਤੀ ਸੀ। ਹਮਲਾਵਰਾਂ ਦੇ ਮਾਈਂਡ ਦੇ ਵਿੱਚ ਇਸ ਮਕਾਨ ਦਾ ਜਿਹੜਾ ਪੂਰਾ ਦਾ ਪੂਰਾ ਨਕਸ਼ਾ ਸੀ ਉਹ ਐਡਾ ਕਲੀਅਰ ਸੀ ਕਿ ਉਹਨਾਂ ਨੇ ਸਪੈਸੀਫਿਕਲੀ ਉਸੇ ਕਮਰੇ ਦੇ ਉਸੇ ਬਾਥਰੂਮ ਦੇ ਵਿੱਚ ਜਾ ਕੇ ਇਸ ਨੂੰ ਯਾਨੀ ਕਿ ਸੁੱਖੇ ਦੁਨੇਕੇ ਨੂੰ ਨਿਸ਼ਾਨਾ ਬਣਾਇਆ ਹੈ। ਸੋ ਇਹ ਸੂਤਰਾਂ ਦੇ ਜ਼ਰੀਏ ਜਾਣਕਾਰੀ ਆ ਰਹੀ ਹੈ। ਮੈਂ ਤੁਹਾਨੂੰ ਕਲੀਅਰ ਕਰਦਾ, ਇਸ ਬਾਰੇ ਅਸੀਂ ਜਿਹੜੀ ਕੋਸ਼ਿਸ਼ ਕੀਤੀ ਸੀ ਸ਼ੁਰੂਆਤੀ ਸਟੇਜ ਦੇ ਵਿੱਚ, ਪੁਲਿਸ ਇੱਥੇ ਵੇਰਵੇ ਛੇਤੀ ਦਿੰਦੀ ਨਹੀਂ। ਅਪਰਾਧ ਜਗਤ ਦੇ ਨਾਲ ਜੁੜੀ ਹੋਈ ਕੋਈ ਵੀ ਘਟਨਾ ਹੋਵੇ ਉਸ ਦੇ ਜ਼ਿਆਦਾ ਵੇਰਵੇ ਜਾਰੀ ਕੀਤੇ ਨਹੀਂ ਜਾਂਦੇ। ਸੋ ਪੁਲਿਸ ਨੇ ਤਾਂ ਬਹੁਤ ਹੀ ਲਿਮਿਟਿਡ ਜਾਣਕਾਰੀ ਨਾ ਤੇ ਇਸ ਪੂਰੀ ਦੀ ਪੂਰੀ ਘਟਨਾ ਨੂੰ ਵੀ 1 ਦਿਨ ਬਾਅਦ ਨਸ਼ਰ ਕੀਤਾ, ਲੇਕਿਨ ਇਹਨਾਂ तमाम ਵਕਤਾਂ ਦੌਰਾਨ ਜਿਹੜੀ ਵੀ ਗੱਲਬਾਤ ਮੇਰੇ ਅਲੱਗ-ਅਲੱਗ ਸੂਤਰਾਂ ਦੇ ਨਾਲ ਹੋ ਰਹੀ ਸੀ
ਉਹਨਾਂ ਦੇ ਜ਼ਰੀਏ ਕਨਫਲਿਕਟਿੰਗ ਰਿਪੋਰਟਸ ਆਈਆਂ। ਤੁਸੀਂ ਦੇਖੋ ਕਿ 3 ਅਲੱਗ-ਅਲੱਗ ਗੈਂਗ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਦਵਿੰਦਰ ਬੰਬੀਹਾ ਦਾ ਇੱਕ ਜਿਹੜਾ ਪੇਜ ਇਟਲੀ ਤੋਂ ਚੱਲਦਾ ਹੈ, ਇਹ ਤਿੰਨਾਂ ਨੇ ਅਲੱਗ-ਅਲੱਗ ਜ਼ਿੰਮੇਵਾਰੀਆਂ ਲਈਆਂ ਨੇ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਥਿਊਰੀ, ਰॉ ਦੀ ਥਿਊਰੀ ਤਾਂ ਖੈਰ ਦਵਿੰਦਰ ਬੰਬੀਹਾ ਗੈਂਗ ਨੇ ਚਲਾਤੀ, ਤੇ ਇੱਕ ਚੌਥੀ ਜਿਹੜੀ ਥਿਊਰੀ ਹੈ ਉਹ ਹੈ ਕਿ ਡਰੱਗ ਟ੍ਰੇਡ ਦੇ ਨਾਲ ਜੁੜੇ ਹੋਏ ਕਾਰੋਬਾਰ ਦੇ ਵਿੱਚ ਜੇ ਕਿ ਸੁੱਖਾ ਦੁਨੇਕੇ ਕੈਨੇਡਾ ਦੇ ਵਿੱਚ ਵੀ ਇਨਵੋਲਵ ਹੋ ਚੁੱਕਾ ਸੀ, ਆਪਣਾ ਉਸਦਾ ਕਾਰੋਬਾਰ ਚੱਲਦਾ ਸੀ, ਉਸ ਦੌਰਾਨ ਵੀ ਕਿਸੇ ਗੈਂਗ ਦੇ ਨਾਲ ਜਾਂ ਕਿਸੇ ਕ੍ਰਿਮੀਨਲ ਦੇ ਨਾਲ ਉਸਦਾ ਝਗੜਾ ਰਿਹਾ ਹੋ ਸਕਦਾ। ਸਾਰੀ ਥਿਊਰੀਜ਼ ਹੈਗੀਆਂ ਨੇ, ਲੇਕਿਨ ਅਜੇ ਤੱਕ ਇਸ ਵਾਰਦਾਤ ਜਿਹੜੀ ਹੋਈ ਹੈ ਉਸ ਦੇ ਵਿੱਚ ਸਾਰੇ ਗੈਂਗਸ ਕੋਲ ਮੋਟਿਵ ਸੀ। ਹੁਣ ਜੇ ਆਪਾਂ ਗੱਲ ਕਰੀਏ ਜੱਗੂ ਭਗਵਾਨਪੁਰੇ ਕੋਲ, ਉਸਦੇ ਕੋਲ ਸੰਦੀਪ ਨੰਗਲੰਬੀਆ ਦਾ ਮੋਟਿਵ ਹੈ। ਲਾਰੈਂਸ ਬਿਸ਼ਨੋਈ ਨੇ ਕਾਰਨ ਦਿੱਤਾ ਹੈ ਵਿੱਕੀ ਮਿੱਡੂ ਖੇੜਾ ਦਾ ਕਤਲ। ਇਹ ਫੈਕਟ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਜਿਹੜੇ ਸ਼ੂਟਰ ਭੇਜੇ ਗਏ ਸੀ ਕੌਸ਼ਲ ਚੌਧਰੀ ਗੈਂਗ ਦੇ ਨਾਲ ਰਲ ਕੇ, ਉਹ ਕਤਲ ਅਗਸਤ 2021 ਦੇ ਵਿੱਚ ਕੀਤਾ ਗਿਆ ਸੀ। ਉਹ ਸ਼ੂਟਰ ਸੁੱਖੇ ਦੁਨੇਕੇ ਦੇ ਸ਼ੂਟਰ ਸੀ। ਉਸ ਤੋਂ ਵੀ ਇੰਪੋਰਟੈਂਟ ਜਿਹੜਾ ਗੁਰਲਾਲ ਬਰਾੜ ਦਾ ਜ਼ਿਕਰ ਕੀਤਾ ਹੈ, ਨੀਰਜ ਚਸਕਾ ਵਗੈਰਾ ਜਿਹੜੇ ਸ਼ੂਟਰ ਭੇਜੇ ਗਏ ਸੀ, ਉਹ ਵੀ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਸਨ। ਸੁੱਖੇ ਦੁਨੇਕੇ ਨੂੰ ਮਾਰਨ ਦੇ ਕਾਰਨ ਸਾਰੇ ਗੈਂਗਸ ਕੋਲ ਸਨ, ਲੇਕਿਨ ਇਸ ਵਾਰਦਾਤ ਦੇ ਪਿੱਛੇ ਦਾ ਜਿਹੜਾ ਸਭ ਤੋਂ ਵੱਡਾ ਫੁੱਟਪ੍ਰਿੰਟ ਇਸ ਵਕਤ ਨਜ਼ਰ ਆ ਰਿਹਾ ਹੈ, ਜਿਹੜੀ ਸਭ ਤੋਂ ਪੁਖਤਾ ਗੱਲਬਾਤ, ਹਾਲਾਂਕਿ ਸਾਰੀ ਦੀ ਸਾਰੀ ਗੱਲਾਂ ਬਾਤਾਂ ਜਾਂਚ ਦਾ ਵਿਸ਼ਾ ਹੈ। ਮੈਨੀਟੋਬਾ ਦੀ, ਵਿਨੀਪੈਗ ਦੀ ਪੁਲਿਸ ਇਸ ਦੀ ਜਾਂਚ ਕਰੇਗੀ। ਹੋਮਿਸਾਈਡ ਯੂਨਿਟ ਨੂੰ ਇਹ ਜਾਂਚ ਦਿੱਤੀ ਗਈ ਹੈ। ਅਸਲ ਕਹਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਪੁਲਿਸ ਹੀ ਕੱਢੇਗੀ ਜੇ ਉਹਨਾਂ ਦੀ ਤਫਤੀਸ਼ ਸਿੱਟਾ ਮੁਖੀ ਤਫਤੀਸ਼ ਹੁੰਦੀ ਹੈ। ਲੇਕਿਨ ਇਸ ਵਕਤ ਜਿਹੜਾ ਫੁੱਟਪ੍ਰਿੰਟ ਤੇ ਮਾਰਕਾ ਇਸ ਪੂਰੀ ਦੀ ਪੂਰੀ ਵਾਰਦਾਤ ਦੇ ਉੱਤੇ ਸਭ ਤੋਂ ਮਜ਼ਬੂਤ ਨਜ਼ਰ ਆ ਰਿਹਾ ਹੈ, ਉਹ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਹੈ, ਕਿਉਂਕਿ ਕਈ ਪੱਖੋਂ ਸੁੱਖੇ ਦੁਨੇਕੇ ਦਾ ਹੋਇਆ ਕਤਲ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਖਰਾ ਹੈ। ਪਹਿਲਾ ਕਾਰਨ ਉਹਦਾ ਇਹ ਹੈ ਕਿ ਪਹਿਲਾ ਇਹ ਮੌਕਾ ਹੈ ਜਿੱਥੇ ਕਿ ਅਕਸਰ ਅਸੀਂ ਸੁਣਦੇ ਹਾਂ ਕਿ ਕੈਨੇਡਾ ਦੇ ਵਿੱਚ ਜਾਂ ਕਿਸੇ ਦੁਨੀਆ ਦੇ ਅਲੱਗ ਮੁਲਕ ਦੇ ਵਿੱਚ ਬੈਠੇ ਗੈਂਗਸਟਰਾਂ, ਕ੍ਰਿਮੀਨਲਸ ਨੇ ਪੰਜਾਬ ਦੇ ਵਿੱਚ ਵਾਰਦਾਤਾਂ ਕਰਾਤੀਆਂ। ਭਾਰਤ ਦੇ ਵਿੱਚ ਕਿਸੇ ਬਿਜ਼ਨਸਮੈਨ, ਕਿਸੇ ਵਪਾਰੀ, ਕਿਸੇ ਸਿੰਗਰ, ਕਿਸੇ ਖਿਡਾਰੀ ਦਾ ਕਤਲ ਕਰਤਾ, ਲੇਕਿਨ ਇਹ ਵਾਹਦ ਪਹਿਲੀ ਅਜਿਹੀ ਘਟਨਾ ਹੈ ਜਿੱਥੇ ਕਿ ਸਮਝ ਵਿੱਚ ਇਹ ਆ ਰਿਹਾ ਕਿ ਭਾਰਤ ਦੀ ਜੇਲ੍ਹ ਤੋਂ ਬੈਠ ਕੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਵਾਰਦਾਤ ਨੂੰ 7 ਸਮੁੰਦਰ ਪਾਰ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਅੰਜਾਮ ਦਵਾਇਆ। ਸੋ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਨੇ ਕਤਲ ਕੈਨੇਡਾ ਦੇ ਵਿੱਚ ਕਰਾਤਾ। ਦੂਸਰਾ ਜਿਹੜਾ ਸਭ ਤੋਂ ਅਹਿਮ ਸਵਾਲ ਹੈ, ਜੋ ਕਿ ਬਹੁਤ ਹੀ ਡਿਫਰੈਂਟ ਹੈ, ਉਹ ਕੁਐਸਚਨ ਦੀ ਸ਼ਕਲ ਦੇ ਵਿੱਚ ਵੀ ਹੈ, ਕਿਉਂਕਿ ਮੈਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਜਿਹੜਾ ਫੁੱਟਪ੍ਰਿੰਟ ਹੈ ਇਸ ਵਾਰਦਾਤ ਦੇ ਉੱਤੇ ਮੈਨੂੰ ਸਭ ਤੋਂ ਪ੍ਰਮੁੱਖਤਾ ਦੇ ਨਾਲ ਨਜ਼ਰ ਆ ਰਿਹਾ, ਜਿੰਨੀ ਕਿ ਮੈਂ ਆਪਣੇ ਸੂਤਰਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜੇ ਲਾਰੈਂਸ ਬਿਸ਼ਨੋਈ ਕੈਨੇਡਾ ਦੇ ਵਿੱਚ ਕੋਈ ਵਾਰਦਾਤ ਕਰਾਂਦਾ ਹੈ ਤਾਂ ਉਸ ਪੋਸਟ ਦੇ ਵਿੱਚ ਪੂਰੀ ਦੀ ਪੂਰੀ ਗੱਲਬਾਤ ਦੇ ਵਿੱਚ ਗੋਲਡੀ ਬਰਾੜ ਗਾਇਬ ਕਿਉਂ ਹੈ, ਜੋ ਕਿ ਨਾਰਥ ਅਮਰੀਕਾ ਜਾਂ ਫਿਰ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਮੇਨ ਹੈਂਡਲਰ ਹੈ। ਉਹੀ ਗੋਲਡੀ ਬਰਾੜ ਜੋ ਕਿ ਭਾਰਤ ਦੇ ਵਿੱਚ ਬੈਠ ਕੇ ਮਰਡਰ ਕਰਵਾ ਰਿਹਾ, ਲੇਕਿਨ ਜੇ ਕੈਨੇਡਾ ਦੇ ਕਿਸੇ ਸ਼ਹਿਰ ਦੇ ਵਿੱਚ ਇੱਕ ਮਰਡਰ ਹੁੰਦਾ ਹੈ, ਉਸ ਵਾਰਦਾਤ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜ਼ਿੰਮੇਵਾਰੀ ਕਿਉਂ ਲਈ ਜਾਂਦੀ ਹੈ ਤੇ ਗੋਲਡੀ ਬਰਾੜ ਪਿਕਚਰ ਦੇ ਵਿੱਚ ਨਹੀਂ ਹੈ, ਉਸ ਦਾ ਕੋਈ ਨਾਂ ਤੱਕ। ਲਾਰੈਂਸ ਬਿਸ਼ਨੋਈ, ਕਾਲਾ ਜਠੇੜੀ, ਗੋਲਡੀ ਬਰਾੜ, ਇਹ ਤਾਂ ਇਕੱਠਾ ਇੱਕ ਪੂਰੀ ਦੀ ਪੂਰੀ ਲੀਗ ਚੱਲਦੀ ਹੈ। ਇਸ ਵਾਰਦਾਤ ਦੇ ਵਿੱਚ ਜ਼ਿੰਮੇਵਾਰੀ ਇਕੱਠੀਆਂ ਵੀ ਲਈ ਜਾ ਸਕਦੀ ਸੀ, ਲੇਕਿਨ ਨਹੀਂ, ਇਹ ਜਿਹੜੀ ਜ਼ਿੰਮੇਵਾਰੀ ਹੈ ਲਾਰੈਂਸ ਬਿਸ਼ਨੋਈ ਨੇ ਚੁੱਕੀ। ਤੋਂ ਇਹ ਬਿਲਕੁਲ ਗੱਲ ਠੀਕ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੱਕ ਅਹਿਮ ਭੂਮਿਕਾ ਰਹੀ ਹੋ ਸਕਦੀ ਹੈ। ਇਸ ਦਾ ਇੱਕ ਵੱਡਾ ਕਾਰਨ ਹੈ ਕਿ ਬੰਬੀਹਾ ਗੈਂਗ ਦੇ ਅੰਦਰ ਵੀ ਬਹੁਤ ਸੇ ਅਜਿਹੇ ਲੋਕ, ਖਾਸ ਕਰਕੇ ਉਹ ਲੋਕ ਜੋ ਕਿ ਸੁੱਖੇ ਦੁਨੇਕੇ ਦੇ ਨਾਲ ਆਖਿਰ ਦੇ ਕੁਝ ਮਹੀਨਿਆਂ ਨਹੀਂ ਬਲਕਿ ਪਿਛਲੇ ਕੁਝ ਸਾਲਾਂ ਤੋਂ ਜੁੜੇ ਹੋਏ ਸਨ। ਉਹ ਲੋਕ ਜੋ ਕਿ ਜੁੜੇ ਹੋਏ ਨੇ ਉਹ ਵੀ ਬਹੁਤ ਮਜ਼ਬੂਤੀ ਦੇ ਨਾਲ ਮੰਨਦੇ ਹੈਗੇ ਨੇ ਕਿ ਇਹ ਜਿਹੜੀ ਵਾਰਦਾਤ ਹੈ ਇਸ ਦੇ ਵਿੱਚ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਦੀ ਲੀਗ ਦਾ ਹੱਥ ਹੋ ਸਕਦਾ ਹੈ, ਲੇਕਿਨ ਇਸ ਬਾਰੇ ਕੋਈ ਵੀ ਤਸਦੀਕ, ਮੁਕੰਮਲ ਤੌਰ ਤੇ ਪੱਕੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਇਹਨਾਂ ਸੋਸ਼ਲ ਮੀਡੀਆ ਪੋਸਟਾਂ ਦੇ ਉੱਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ, ਕਿੰਨਾ ਕੁ ਨਹੀਂ, ਇਹ ਚੀਜ਼ ਲਈ ਵੀ ਮੈਂ ਥੋੜੀ ਜਜਮੈਂਟ ਤੁਹਾਡੇ ਆਪਣੇ ਉੱਤੇ ਛੱਡਦਾ, ਕਿਉਂਕਿ ਮਲਟੀਪਲ ਹੁਣ ਜਿਹੜੇ ਦਾਅਵੇ ਤੇ ਕਲੇਮ ਹੋ ਚੁੱਕੇ ਨੇ। ਲੇਕਿਨ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਲਾਰੈਂਸ ਬਿਸ਼ਨੋਈ ਦੇ ਹੋਣ ਦੀ ਸੰਭਾਵਨਾ ਇਸ ਵਾਸਤੇ ਜ਼ਿਆਦਾ ਹੈ ਕਿਉਂਕਿ ਇਹ ਦੱਸਦੇ ਕਿ ਜਿਹੜੀ ਵਾਰਨਿੰਗਸ ਜਾਂ ਜਿਹੜੀ ਚੇਤਾਵਨੀਆਂ ਸੁੱਖੇ ਦੁਨੇਕੇ ਨੂੰ ਉਸਦੇ ਹੀ ਗੈਂਗ ਮੈਂਬਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੀ, ਉਹਨਾਂ ਚੇਤਾਵਨੀਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਗੈਂਗ ਦੀ ਭੂਮਿਕਾ ਜਾਂ ਫਿਰ ਉਹ ਲੋਕ ਜੋ ਕਿ ਲਾਰੈਂਸ ਬਿਸ਼ਨੋਈ ਦੇ ਸਾਥ ਨਾਲ ਕੰਮ ਕਰਦੇ ਰਹੇ ਨੇ, ਉਸਦੇ ਗੈਂਗ ਚਾਹੇ ਗੋਲਡੀ ਬਰਾੜ ਹੋਵੇ, ਲਾਰੈਂਸ ਬਿਸ਼ਨੋਈ ਹੋਵੇ, ਈਵਨ ਉਹਨਾਂ ਦੇ ਨਾਲ ਇੱਕ ਜਿਹੜੀ ਅਲਾਇੰਸ ਮੰਨੀ ਜਾਂਦੀ ਹੈ ਲੰਡੇ ਹਰੀਕੇ ਦੀ ਮੰਨੀ ਜਾਂਦੀ ਹੈ, ਕਿਉਂਕਿ ਇਹ ਵੀ ਗੱਲਬਾਤ ਦੇ ਵਿੱਚ ਸਾਹਮਣੇ ਆਇਆ ਹੈ, ਜਿੰਨੀ ਜਾਣਕਾਰੀ ਮੈਂ ਹਾਸਲ ਕੀਤੀ ਹੈ ਕਿ ਸੁੱਖਾ ਦੁਨੇਕੇ ਆਪਣੇ ਆਖਿਰ ਦੇ ਕੁਝ ਹਫ਼ਤਿਆਂ ਦੌਰਾਨ ਲੰਡੇ ਹਰੀਕੇ ਦੇ ਵੀ ਇਨ ਟੱਚ ਸੀ। ਸੋ ਲੰਡੇ ਹਰੀਕੇ ਦੇ ਨਾਲ ਉਸਦੀ ਬੜੀ ਫਰੀਕੁਐਂਟਲੀ ਗੱਲ ਹੋ ਰਹੀ ਸੀ, ਹਾਲਾਂਕਿ ਲੰਡਾ ਹਰੀਕੇ ਪਿਛਲੇ ਕਈ ਮਹੀਨਿਆਂ ਤੋਂ ਸਾਇਲੈਂਟ ਹੈ, ਉਸਦੇ ਖਿਲਾਫ ਕਾਰਵਾਈਆਂ ਹੋਈਆਂ ਨੇ, ਸਖਤੀ ਹੋ ਰਹੀ ਹੈ, ਲੇਕਿਨ ਉਸ ਦਾ ਕੋਈ ਵੀ ਸੰਪਰਕ ਕਿਸੇ ਨਾਲ ਨਹੀਂ ਹੋ ਪਾ ਰਿਹਾ। ਲੇਕਿਨ ਇਹ ਮੰਨਿਆ ਜਾਂਦਾ ਹੈ
ਲੋਕ ਦੱਸਦੇ ਨੇ ਕਿ ਸੁੱਖਾ ਦੁਨੇਕੇ ਬਹੁਤ ਹੀ ਘੱਟ ਲੋਕਾਂ ਦੇ ਨਾਲ ਗੱਲ ਕਰਦਾ ਸੀ। ਕੈਨੇਡਾ ਦੀਆਂ ਉਸ ਦੀ ਗਤੀਵਿਧੀਆਂ ਦੇ ਵਿੱਚ ਸ਼ਾਇਦ ਉਸ ਦੀ ਇਨਵੋਲਵਮੈਂਟ ਵੱਧ ਰਹੀ ਸੀ, ਲੇਕਿਨ ਪੰਜਾਬ ਤੇ ਭਾਰਤ ਦੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਵਮੈਂਟ ਉਸ ਦੀ ਕਾਫੀ ਘੱਟ ਹੋ ਚੁੱਕੀ ਸੀ। ਬਹੁਤ ਘੱਟ ਲੋਕਾਂ ਦੇ ਨਾਲ ਹੀ ਉਹ ਆਪਣਾ ਸੰਪਰਕ ਆਖਿਰ ਦੇ ਆਪਣੇ ਕੁਝ ਦਿਨਾਂ ਦੌਰਾਨ ਮੇਨਟੇਨ ਕਰਦਾ ਪਿਆ ਸੀ। ਇਹ ਦੱਸਿਆ ਜਾਂਦਾ ਹੈ ਕਿ ਜੇਲ੍ਹ ਦੇ ਵਿੱਚ ਨੀਰਜ ਚਸਕੇ ਦੇ ਨਾਲ ਉਸ ਦੀ ਗੱਲ ਹੁੰਦੀ ਸੀ, ਅਰਸ਼ ਡਾਲੇ ਦੇ ਨਾਲ ਉਸ ਦੀ ਗੱਲ ਹੁੰਦੀ ਸੀ। ਉੱਤਰ ਪ੍ਰਦੇਸ਼ ਦੇ ਕੁਝ ਆਰਮਜ਼ ਜਿਹੜੇ ਡੀਲਰ ਤੇ ਸਮਗਲਰ ਹੈਗੇ ਨੇ ਉਹਨਾਂ ਦੇ ਨਾਲ, ਕਿਉਂਕਿ ਇਹਦਾ ਆਮ ਡੀਲਿੰਗ ਦਾ ਵੀ ਕਾਫੀ ਕੰਮ ਰਿਹਾ ਤੇ ਹਥਿਆਰ ਜਿਹੜੇ ਪੰਜਾਬ ਦੇ ਇੰਡੀਆ ਦੇ ਵਿੱਚ ਇਹ ਪ੍ਰੋਕਿਉਰ ਕਰਦਾ ਸੀ, ਇਹਦੇ ਕੰਟੈਕਟ ਜਿਹੜੇ ਸੀਗੇ ਉੱਤਰ ਪ੍ਰਦੇਸ਼ ਦੇ ਕਈ ਵੈਪਨ ਸਮਗਲਰ ਦੇ ਨਾਲ ਸੀ। ਸੋ ਉਹਨਾਂ ਦੇ ਨਾਲ ਇਹਦੀ ਗੱਲਬਾਤ ਹੁੰਦੀ ਰਹੀ ਸੀ। ਤੇ ਇਸ ਤੋਂ ਇਲਾਵਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਲਖਵੀਰ ਸਿੰਘ ਲੰਡੇ ਹਰੀਕੇ ਦੇ ਨਾਲ ਵੀ ਆਖਿਰ ਦੇ ਕੁਝ ਹਫ਼ਤਿਆਂ ਦੌਰਾਨ ਇਸ ਦੀ ਗੱਲਬਾਤ ਹੁੰਦੀ ਰਹੀ ਹੈ। ਸੋ ਬਹੁਤ ਹੀ ਲਿਮਿਟਿਡ ਇਸ ਦੀ ਗੱਲਬਾਤ ਰਹਿ ਗਈ ਸੀ, ਲੇਕਿਨ ਡਿਸਪਾਈਟ ਦਾ ਫੈਕਟ ਕਿ ਇਸ ਦੇ ਗੈਂਗ ਮੈਂਬਰਸ ਨੇ ਇਸ ਨੂੰ ਕਈ ਚੇਤਾਵਨੀਆਂ ਦਿੱਤੀਆਂ ਸੀ ਤੇ ਇਸ ਚੀਜ਼ ਦਾ ਇਸ਼ਾਰਾ ਕੀਤਾ ਸੀ ਕਿ ਬਹੁਤ ਸੇ ਲੋਕ ਹੈ ਜੋ ਕਿ ਇਸ ਨੂੰ ਮਾਰਨ ਨੂੰ ਫਿਰਦੇ ਨੇ। ਇਨਫੈਕਟ ਹੋਰ ਵੀ ਗੈਂਗ ਮੈਂਬਰ ਸੀ, ਉਹਨਾਂ ਨੂੰ ਵੀ ਇਹ ਸੀਗਾ ਵੀ ਸ਼ਾਇਦ ਕੋਈ ਨਾ ਕੋਈ ਟਾਰਗੇਟ ਜ਼ਰੂਰ ਕੀਤਾ ਜਾਏਗਾ, ਲੇਕਿਨ ਅਵੇਸਲਾਪਨ ਕਹਿ ਲਈਏ ਜਾਂ ਕਹਿ ਲਈਏ ਕਿ ਕਿਸੇ ਨੇ ਅੰਦਰਲੇ ਖਾਤੋਂ ਇਨਫੋਰਮੇਸ਼ਨ ਦਿੱਤੀ, ਕਰਮ ਹੀ ਇਸ ਨੂੰ ਕਿਹਾ ਜਾ ਸਕਦਾ ਹੈ। ਜਦੋਂ ਇਹਨਾਂ ਨੇ ਅਪਰਾਧਿਕ ਵਾਰਦਾਤਾਂ ਕਰਵਾਈਆਂ, ਲੋਕਾਂ ਨੂੰ ਚੱਲਦੇ ਹੋਏ ਟੂਰਨਾਮੈਂਟਾਂ ਦੇ ਵਿੱਚ ਗੋਲੀਆਂ ਮਰਵਾਈਆਂ, ਨੌਜਵਾਨਾਂ ਨੂੰ ਪਾਰਕਾਂ ਦੇ ਵਿੱਚ ਗੋਲੀਆਂ ਮਰਵਾਈਆਂ, ਤੇ ਉਸ ਵਕਤ ਜੋ ਇਹਨਾਂ ਦਾ ਕਰਮ ਸੀ, ਜੋ ਇਹਨਾਂ ਨੇ ਕੀਤਾ ਜਾਂ ਹੋਰ ਆਪਣੇ ਸ਼ੂਟਰਾਂ ਤੋਂ ਕਰਵਾਇਆ, ਉਹੀ ਕਰਮ ਸਾਹਮਣੇ ਆਇਆ ਤੇ ਸੁੱਖਾ ਦੁਨੇਕੇ ਨੂੰ ਠੀਕ ਉਸੇ ਤਰੀਕੇ ਦੇ ਨਾਲ ਇਸ ਦੇ ਹਮਲਾਵਰਾਂ ਕਾਤਲਾਂ ਨੇ ਟਾਰਗੇਟ ਬਣਾਇਆ, ਟਾਰਗੇਟ ਕੀਤਾ, ਜਿਵੇਂ ਕਿ ਇਸ ਦੇ ਆਪਣੇ ਸ਼ਿਕਾਰ ਹੁੰਦੇ ਆਏ ਸਨ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਨੂੰ ਇੱਥੇ ਹੀ ਮੈਂ ਦਾਂਗਾ ਵਿਰਾਮ। ਜਿੰਨੀ ਕੁ ਜਾਣਕਾਰੀ ਸੀ ਆਪਣੇ ਸੋਰਸਿਸ ਤੋਂ, ਸੂਤਰਾਂ ਤੋਂ ਮੈਂ ਦੱਸ ਦਾਂਗੇ ਕਿ ਪੁਲਿਸ ਤੋਂ ਮੈਨੂੰ ਬਹੁਤ ਹੀ ਸੀਮਿਤ ਪੱਧਰ ਤੇ, ਭਾਰਤ ਦੀ ਪੁਲਿਸ ਜਾਂ ਜਾਂਚ ਏਜੰਸੀਆਂ ਤੋਂ ਤਾਂ ਇਸ ਬਾਰੇ ਜਾਣਕਾਰੀ ਮਿਲਣੀ ਸੰਭਵ ਨਹੀਂ ਸੀ, ਲੇਕਿਨ ਵਿਨੀਪੈਗ ਪੁਲਿਸ ਤੋਂ ਜਿੰਨੀ ਆਫੀਸ਼ੀਅਲ ਇਨਫੋਰਮੇਸ਼ਨ ਸੀ ਅੱਜ ਮੈਂ ਤੁਹਾਡੇ ਨਾਲ ਉਹ ਸਾਂਝੀ ਕੀਤੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਮੇਰੇ ਆਪਣੇ ਕੰਟੈਕਟਸ ਰਹੇ ਨੇ, ਅਲੱਗ-ਅਲੱਗ ਸੂਤਰ ਰਹੇ ਨੇ, ਉਸ ਦੇ ਵਿੱਚ ਵੀ ਬਹੁਤ ਕੰਟਰਾਡਿਕਸ਼ਨ ਤੇ ਕਨਫਲਿਕਟਸ ਰਹੀਆਂ ਨੇ, ਲੇਕਿਨ ਮੁੱਢਲੇ ਤੌਰ ਤੇ, ਮੋਟੇ ਤੌਰ ਤੇ ਫਿਲਹਾਲ ਇਸ ਵਾਰਦਾਤ ਦੇ ਪਿੱਛੇ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਹੱਥ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਮਾਮਲਿਆਂ ਦੀ ਹੋਰ ਪੜਤਾਲ ਤੇ ਤਫਤੀਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਦੱਸ ਦਈਏ ਕਿ ਜੋ ਮੇਰੇ ਕੋਲ ਇਨਪੁਟਸ ਮਿਲੀਆਂ ਸੁੱਖੇ ਦੁਨੇਕੇ ਨੂੰ ਲੈ ਕੇ, ਉਹਨਾਂ ਇਨਪੁਟਸ ਦੇ ਮੁਤਾਬਿਕ ਪਹਿਲਾਂ ਵੀ ਕਈ ਪਬਲਿਕ ਪਲੇਸਿਸ ਦੇ ਉੱਤੇ ਇਸ ਦੇ ਆਉਣ ਦਾ ਇੰਤਜ਼ਾਰ ਇਸ ਦੇ ਹਮਲਾਵਰ ਸ਼ੂਟਰ ਕਰਦੇ ਰਹੇ। ਕੁਝ ਅਜਿਹੀਆਂ ਗੱਲਾਂ ਬਾਤਾਂ ਮੇਰੀ ਨੋਟਿਸ ਦੇ ਵਿੱਚ ਨੇ, ਹਾਲਾਂਕਿ ਮੈਨੂੰ ਤਸਦੀਕ ਨਹੀਂ ਕਰ ਸਕਦਾ, ਲੇਕਿਨ ਦੱਸਿਆ ਗਿਆ ਕਿ ਪਹਿਲਾਂ ਵੀ ਇਸ ਦਾ ਇੰਤਜ਼ਾਰ ਹੁੰਦਾ ਰਿਹਾ। ਇਹ ਜਿਹੜਾ ਘਰ ਵਿੱਚ ਵੜ ਕੇ ਇਸ ਨੂੰ ਮਾਰਨ ਦੀ ਜਿਹੜੀ ਨੌਬਤ ਹੈ, ਇਹ ਮੈਨੂੰ ਲੱਗਦਾ ਕਿ ਇੱਕ ਆਖਰੀ ਇੱਕ ਆਲਟਰਨੇਟਿਵ ਬਚਿਆ ਸੀ, ਜਦੋਂ ਕਿ ਇਹ ਅੜਿੱਕੇ ਨਹੀਂ ਆ ਰਿਹਾ ਸੀ ਇਸ ਦੇ ਹਮਲਾਵਰਾਂ ਦੇ, ਤਾਂ ਹੀ ਉਹਨਾਂ ਨੇ ਘਰ ਦੇ ਵਿੱਚ ਵੜ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਸੋ ਅੱਜ ਦੀ ਰਿਪੋਰਟ ਦੇ ਵਿੱਚ ਇੰਨਾ ਹੀ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਸੁਣਨ ਲਈ। ਤੇ ਤੁਸੀਂ ਕੋਈ ਫੀਡਬੈਕ ਜਾਂ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤੇ ਉਹ ਪੁਲਿਸ ਦੇ ਨਾਲ ਵੀ ਸਾਂਝੀ ਕਰੋ। ਮੈਨੀਟੋਬਾ ਵਿਨੀਪੈਗ ਦੀ ਪੁਲਿਸ ਦੀ ਵੈਬਸਾਈਟ ਹੈ, ਉਹਨਾਂ ਨੇ ਆਪਣੇ ਨੰਬਰ ਹੋਮਿਸਾਈਡ ਯੂਨਿਟ ਤੇ ਮੇਜਰ ਕ੍ਰਾਈਮ ਯੂਨਿਟ ਦੇ ਦਿੱਤੇ ਹੋਏ ਨੇ, ਉਹਨਾਂ ਦੀ ਤਫਤੀਸ਼ ਵਿੱਚ ਮਦਦ ਹੋਏਗੀ। ਤੁਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਮੈਂ ਉਹਨਾਂ ਦੇ ਜਿਹੜੇ ਨੰਬਰਸ ਹੈ ਆਪਣੀ ਸਕਰੀਨ ਦੇ ਉੱਤੇ ਛੱਡ ਕੇ ਜਾ ਰਿਹਾ ਹਾਂ। ਤੇ ਜੇ ਇਸ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਮੇਰੇ ਈਮੇਲ ਇਸ ਚੈਨਲ ਦੇ ਅਬਾਊਟ ਸੈਕਸ਼ਨ ਦੇ ਵਿੱਚ ਹੈਗੇ ਨੇ, ਮੇਰੇ ਫੋਨ ਨੰਬਰ ਅਵੇਲੇਬਲ ਹੈਗੇ ਨੇ। ਯੂ ਕੈਨ ਕੰਟੈਕਟ ਮੀ, WhatsApp ਮੀ, whatever you feel like। ਥੈਂਕ ਯੂ। ਇੱਕ ਹੋਰ ਰਿਪੋਰਟ ਲੈ ਕੇ ਫਿਰ ਹੁੰਦੀ ਹੈ ਛੇਤੀ ਮੁਲਾਕਾਤ। ਪੋਸੀਬਲੀ ਜੇ ਇਸ ਤੇ ਕੋਈ ਫੋਲੋ ਅਪ ਹੋਏਗਾ, ਕੋਈ ਨਵੀਂ ਜਾਣਕਾਰੀ ਆਏਗੀ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ।